ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਵਾਈਡਨ ਪ੍ਰਸ਼ਾਸਨ ਵੱਲੋਂ ਕਾਲਜ ਘਪਲੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦਾ ਹੋਰ 55.6 ਮਿਲੀਅਨ ਡਾਲਰ ਦਾ ਕਰਜ਼ਾ ਮਾਫ। ਹੁਣ ਤੱਕ 92,000 ਵਿਦਿਆਰਥੀਆਂ ਦੇ ਕਰਜ਼ੇ ਕੀਤੇ ਰੱਦ। ਵਾਈਡਨ ਵਿਦਿਆਰਥੀ ਵੀਜ਼ੇ ਨੂੰ 4 ਸਾਲ ਦੇ ਕਾਰਜਕਾਲ ਤੱਕ ਸੀਮਤ ਕਰਨ ਦੇ ਟਰੰਪ ਦੇ ਪ੍ਰਸਤਾਵ ਨੂੰ ਕਰਨਗੇ ਰੱਦ। ਅਫਗਾਨਿਸਤਾਨ ਵਿੱਚ ਅਮਰੀਕੀ ਫੌਜ ਦਾ ਮਿਸ਼ਨ 31 ਅਗਸਤ ਨੂੰ ਹੋਵੇਗਾ ਖਤਮ। ਜੋ ਬਾਈਡਨ। ਅਮਰੀਕਾ ਕੋਰੋਨਾ ਵੈਕਸੀਨ ਦੀ ਪੂਰੀ ਖੁਰਾਕ ਪ੍ਰਾਪਤ ਕਰ ਲੋਕਾਂ ਨੂੰ ਨਹੀਂ ਹੈ ਕੋਵਿਡ ਬੂਸਟਰ ਖੁਰਾਕ ਦੀ ਜ਼ਰੂਰਤ। ਕੈਨੇਡਾ ਅਮਰੀਕਾ ਸਰਹੱਦ ਤੇ ਟਰੱਕ 'ਚ ਕੁਆਂਟਲ ਤੋਂ ਵੱਧ ਕੋਕੀਨ ਬਰਾਮਦ। ਪੰਜਾਬੀ ਨੌਜਵਾਨ ਕਾਬੂ। ਭਾਰਤ ਵਿੱਚ ਅਮਰੀਕਾ ਦੇ ਅਗਲੇ ਰਾਜਦੂਤ ਹੋਣਗੇ ਐਰਿਕ ਗੈਰੇਸਟੀ। ਦੱਖਣੀ ਅਮਰੀਕੀ ਦੇਸ਼ਾਂ 'ਚ ਲੈਵੈਂਡਾ ਵੇਰੀਐਂਟ ਦੇ ਪਾਏ ਗਏ 81% ਨਮੂਨੇ। ਦੁਬਈ ਪੁਲਿਸ ਵੱਲੋਂ ਕੋਰੋਨਾ ਸੰਕਟ ਦੌਰਾਨ ਨਿਭਾਈਆਂ ਸੇਵਾਵਾਂ ਬਦਲੇ ਡਾਕਟਰ ਓਬਰਾਏ ਸਨਮਾਨਿਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਦੇ ਸਿੱਖਿਆ ਵਿਭਾਗ ਨੇ ਕਾਲਜ ਘਪਲੇ ਦਾ ਸ਼ਿਕਾਰ ਹੋਏ 1800 ਵਿਦਿਆਰਥੀਆਂ ਦੇ 55.6 ਮਿਲੀਅਨ ਡਾਲਰ ਦੇ ਹੋਰ ਕਰਜ਼ੇ ਰੱਦ ਕਰ ਦਿੱਤੇ ਨੇ। ਇਸ ਤਰ੍ਹਾਂ ਵਾਈਡਨ ਪ੍ਰਸ਼ਾਸਨ ਹੁਣ ਤੱਕ ਵਿਦਿਆਰਥੀਆਂ ਦੇ 1.5 ਬਿਲੀਅਨ ਡਾਲਰਾਂ ਦੇ ਕਰਜ਼ੇ ਰੱਦ ਕਰ ਚੁੱਕਾ ਹੈ। ਸਿੱਖਿਆ ਸਕੱਤਰ ਮਿਗੂਲ ਕਾਰਡੋਨਾ ਨੇ ਵਿਭਾਗ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਇਹ ਐਲਾਨ ਅਮਰੀਕੀ ਸਿੱਖਿਆ ਵਿਭਾਗ ਦੀ ਉਹਨਾਂ ਵਿਦਿਆਰਥੀਆਂ ਦੇ ਨਾਲ ਖੜੇ ਹੋਣ ਦੀ ਵਚਨਬੱਧਤਾ ਦਾ ਪ੍ਰਤੀਕ ਹੈ ਜਿਨ੍ਹਾਂ ਵਿਦਿਆਰਥੀਆਂ ਤੋਂ ਕਾਲਜਾਂ ਨੇ ਲਾਹਾ ਲਿਆ। ਬਿਆਨ ਵਿੱਚ ਹੋਰ ਕਿਹਾ ਗਿਆ ਹੈ ਕਿ ਤਾਜ਼ਾ ਕਾਰਵਾਈ ਵਾਈਡਨ ਪ੍ਰਸ਼ਾਸਨ ਦੀਆਂ ਕਰਜ਼ਾ ਲੈਣ ਵਾਲਿਆਂ ਦੇ ਹਿੱਤਾਂ ਦੀ ਰੱਖਿਆ ਨੂੰ ਯਕੀਨ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਇੱਥੇ ਜ਼ਿਕਰਯੋਗ ਹੈ ਕਿ ਕਰਜ਼ਾ ਲੈਣ ਵਾਲਿਆਂ ਦੇ ਹਿੱਤਾਂ ਦੀ ਰੱਖਿਆ ਸੰਬੰਧੀ ਸਿੱਖਿਆ ਵਿਭਾਗ ਦਾ ਇੱਕ ਸੰਘੀ ਨਿਯਮ ਹੈ ਜਿਸ ਤਹਿਤ ਉਹ ਵਿਦਿਆਰਥੀ ਆਪਣੇ ਕਰਜ਼ੇ ਨੂੰ ਮੁਆਫ ਕਰਨ ਦਾ ਦਾਅਵਾ ਕਰ ਸਕਦੇ ਹਨ ਜਿਨ੍ਹਾਂ ਨਾਲ ਕਿਸੇ ਕਾਲਜ ਜਾਂ ਯੂਨੀਵਰਸਿਟੀ ਨੇ ਧੋਖਾ ਕੀਤਾ ਹੋਵੇ। ਰੱਦ ਕੀਤਾ ਗਿਆ ਤਾਜ਼ਾ ਕਰਜ਼ਾ ਉਹਨਾਂ ਵਿਦਿਆਰਥੀਆਂ ਦਾ ਹੈ ਜਿਨ੍ਹਾਂ ਨੇ ਵੈਸਟਵੁੱਡ ਕਾਲਜ ਮੈਰੀਨੈਲੋ ਸਕੂਲ ਆਫ ਬਿਊਟੀ ਵਿੱਚ ਦਾਖਲਾ ਲਿਆ ਸੀ। ਹੁਣ ਤੱਕ ਬਾਈਡਨ ਪ੍ਰਸ਼ਾਸਨ ਤਕਰੀਬਨ 92,000 ਵਿਦਿਆਰਥੀਆਂ ਦੇ ਕਰਜ਼ੇ ਉੱਪਰ ਲਕੀਰ ਫੇਰ ਚੁੱਕਾ ਹੈ। ਇਹਨਾਂ ਵਿੱਚ ਉਹ ਵਿਦਿਆਰਥੀ ਵੀ ਸ਼ਾਮਲ ਹਨ ਜਿਨ੍ਹਾਂ ਨੇ ਪਿਛਲੇ ਟਰੰਪ ਪ੍ਰਸ਼ਾਸਨ ਵੇਲੇ ਕਰਜ਼ਾ ਮੁਆਫੀ ਦੇ ਦਾਅਵੇ ਕੀਤੇ ਸਨ। ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਅਤੇ ਜ਼ਿਆਦਾਤਰ ਹੋਰ ਦੇਸ਼ਾਂ ਦੇ ਸਕਾਲਰਸ ਲਈ ਵਿਦਿਆਰਥੀ ਵੀਜ਼ਾ ਨੂੰ 4 ਸਾਲ ਦੇ ਕਾਰਜਕਾਲ ਤੱਕ ਸੀਮਤ ਕਰਨ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸਤਾਵ ਨੂੰ ਰੱਦ ਕਰ ਰਹੇ ਨੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਕਿ ਉਹ ਪੱਤਰਕਾਰਾਂ ਲਈ ਵੀਜ਼ਾ ਦੀ ਪ੍ਰਸਤਾਵਿਤ ਹੱਦ ਨੂੰ ਵੀ ਖਤਮ ਕਰ ਦੇਵੇਗਾ। DHS ਨੇ ਕਿਹਾ ਕਿ ਉਹਨਾਂ 32,000 ਜਨਤਕ ਟਿੱਪਣੀਆਂ ਮਿਲੀਆਂ ਨੇ। ਇਹਨਾਂ ਵਿੱਚੋਂ 99% ਟਰੰਪ ਪ੍ਰਸ਼ਾਸਨ ਵੱਲੋਂ ਪਿਛਲੇ ਸਤੰਬਰ ਵਿੱਚ ਕੀਤੇ ਗਏ ਪ੍ਰਸਤਾਵ ਦੇ ਆਲੋਚਕ ਸਨ ਅਤੇ ਇਸ ਲਈ ਪ੍ਰਸਤਾਵਿਤ ਤਬਦੀਲੀਆਂ ਨੂੰ ਵਾਪਸ ਕਰ ਲਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੌਜੂਦਾ ਵੀਜ਼ਾ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ F ਅਤੇ J ਵੀਜ਼ਾ ਤੇ ਵਿਦਿਆਰਥੀ ਅਮਰੀਕਾ ਵਿੱਚ ਆਪਣਾ ਵੀਜ਼ਾ ਉਦੋਂ ਤੱਕ ਰੱਖ ਸਕਣਗੇ ਜਦੋਂ ਤੱਕ ਉਹ ਆਪਣੀ ਪੜ੍ਹਾਈ ਜਾਰੀ ਰੱਖਦੇ ਨੇ ਤੇ ਪੱਤਰਕਾਰ ਆਪਣੀ ਨੌਕਰੀ ਕਰਦੇ ਹੋਏ I ਵੀਜ਼ਾ ਤੇ ਰਹਿੰਦੇ ਨੇ। ਟਰੰਪ ਪ੍ਰਸ਼ਾਸਨ ਦੇ ਪ੍ਰਸਤਾਵ ਵਿੱਚ ਕੁਝ ਦੇਸ਼ਾਂ ਲਈ ਵਿਦਿਆਰਥੀ ਵੀਜ਼ਾ ਦੀ ਹੱਦ ਨੂੰ 2 ਸਾਲ ਤੱਕ ਘੱਟ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਨਾਗਰਿਕ ਆਪਣੇ ਵੀਜ਼ਾ ਤੋਂ ਜ਼ਿਆਦਾ ਸਮਾਂ ਬਿਤਾ ਰਹੇ ਸਨ। DHS ਨੇ ਕਿਹਾ ਕਿ ਆਮ ਤੌਰ ਤੇ PhD ਜਾਂ ਖੋਜ ਪ੍ਰੋਗਰਾਮਾਂ ਜਾਂ ਹੋਰ ਉੱਨਤ ਡਿਗਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 4 ਸਾਲ ਤੋਂ ਜ਼ਿਆਦਾ ਦੀ ਲੋੜ ਹੁੰਦੀ ਹੈ। ਵਿਵਹਾਰਿਕ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਕਾਰਜ ਕਰਨ ਵਾਲੇ ਵਿਦਿਆਰਥੀ ਵੀ ਪ੍ਰਭਾਵਿਤ ਹੋ ਸਕਦੇ ਨੇ ਜੋ ਉਹਨਾਂ ਕਾਰੋਬਾਰਾਂ ਨੂੰ ਪ੍ਰਭਾਵਿਤ ਕਰਦੇ ਹਨ ਜੋ ਆਪਣੇ ਵਿਕਾਸ ਨੂੰ ਸ਼ਕਤੀ ਦੇਣ ਲਈ ਵਿਦੇਸ਼ੀ ਵਿਦਿਆਰਥੀਆਂ ਤੇ ਨਿਰਭਰ ਹਨ। ਅਫਗਾਨਿਸਤਾਨ ਵਿੱਚੋਂ ਤਕਰੀਬਨ 20 ਸਾਲ ਬਾਅਦ ਅਮਰੀਕਾ ਦੇ ਸੈਨਿਕਾਂ ਦੀ ਅਫਗਾਨਿਸਤਾਨ ਤੋਂ ਵਾਪਸੀ 31 ਅਗਸਤ ਨੂੰ ਖਤਮ ਹੋਵੇਗੀ। ਇਸ ਤੋਂ ਪਹਿਲਾਂ ਬਾਈਡਨ ਦੁਆਰਾ ਇਸ ਕਾਰਵਾਈ ਲਈ 11 ਸਤੰਬਰ ਦੀ ਤਾਰੀਖ ਦਾ ਅਪ੍ਰੈਲ ਵਿੱਚ ਐਲਾਨ ਕੀਤਾ ਗਿਆ। ਰਾਸ਼ਟਰਪਤੀ ਨੇ ਵੀਰਵਾਰ ਨੂੰ ਵਾਈਟ ਹਾਊਸ ਵਿੱਚ ਬੋਲਦਿਆਂ ਕਿਹਾ ਕਿ ਇਸ ਨਾਲ ਦੇਸ਼ ਦੀ ਸਭ ਤੋਂ ਲੰਬੀ ਲੜਾਈ ਖਤਮ ਕੀਤੀ ਜਾ ਰਹੀ ਹੈ। ਜਿਸ ਸਮੇਂ ਬਾਈਡਨ ਨੇ ਸਤੰਬਰ ਦੀ ਆਖਰੀ ਤਾਰੀਖ ਦਾ ਐਲਾਨ ਕੀਤਾ ਉਸ ਸਮੇਂ ਅਫਗਾਨਿਸਤਾਨ ਵਿੱਚ ਤਕਰੀਬਨ 3,500 ਫੌਜੀ ਬਚੇ ਸਨ ਜਦਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਪੈਂਟਾਗਨ ਨੇ ਜਾਣਕਾਰੀ ਦਿੱਤੀ ਸੀ ਕਿ ਸੈਨਿਕਾਂ ਦੀ ਵਾਪਸੀ 90% ਪੂਰੀ ਹੋ ਚੁੱਕੀ ਹੈ। ਅਮਰੀਕਾ ਦੀਆਂ ਫੌਜਾਂ ਨੇ ਪਿਛਲੇ ਹਫ਼ਤੇ ਅਫਗਾਨਿਸਤਾਨ ਵਿਚਲੇ ਸਭ ਤੋਂ ਵੱਡੇ ਅਮਰੀਕੀ ਬੇਸ ਬਾਗਰਾਮ ਏਅਰਫੀਲਡ ਨੂੰ ਵੀ ਛੱਡ ਦਿੱਤਾ ਸੀ। ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਦੀ ਅਫਗਾਨਿਸਤਾਨ ਵਿੱਚ ਡਿਪਲੋਮੈਟਿਕ ਮੌਜੂਦਗੀ ਜਾਰੀ ਰਹੇਗੀ। ਕਾਬੁਲ ਵਿੱਚ ਐਮਬੈਸੀ ਨੂੰ ਬਣਾਈ ਰੱਖਣ ਲਈ ਸੈਂਕੜੇ ਸੈਨਿਕ ਸੁਰੱਖਿਆ ਲਈ ਰਹਿਣਗੇ ਅਤੇ ਕਈ ਹੋਰ ਕਾਬਲ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੁਰੱਖਿਆ ਵਿੱਚ ਵੀ ਸਹਾਇਤਾ ਕਰ ਸਕਦੇ ਨੇ। ਇਸ ਦੇ ਇਲਾਵਾ ਫੌਜਾਂ ਦੀ ਵਾਪਸੀ ਦੇ ਨਾਲ ਅਮਰੀਕਾ ਅਜੇ ਵੀ ਤਕਰੀਬਨ 60,000 ਅਫਗਾਨਾਂ ਜਿਨ੍ਹਾਂ ਵਿੱਚ 18,000 ਭਾਸ਼ਾ ਟਰਾਂਸਲੇਟਰਾਂ ਅਤੇ ਉਹਨਾਂ ਦੇ ਪਰਿਵਾਰ ਸ਼ਾਮਲ ਹਨ ਨੂੰ ਤਾਲਿਬਾਨ ਚੋਂ ਬਚਾਉਣ ਲਈ ਦੇਸ਼ ਵਿੱਚ ਕੱਢਣ ਲਈ ਕੰਮ ਕਰ ਰਿਹਾ ਹੈ।
ਅਮਰੀਕਾ ਦੀ ਸਿਹਤ ਸੰਸਥਾ CDC ਦੇ ਅਨੁਸਾਰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਲੋਕਾਂ ਨੂੰ ਕੋਵਿਡ ਬੂਸਟਰ ਖੁਰਾਕਾਂ ਦੀ ਲੋੜ ਨਹੀਂ। CDC ਨੇ ਦੱਸਿਆ ਕਿ ਸਿਹਤ ਮਾਹਿਰਾਂ ਵੱਲੋਂ ਜਦੋਂ ਬੂਸਟਰ ਖੁਰਾਕਾਂ ਦੀ ਜ਼ਰੂਰਤ ਦੱਸੀ ਜਾਵੇਗੀ ਤਾਂ ਉਸ ਸਮੇਂ ਲਈ ਅਮਰੀਕਾ ਬੂਸਟਰ ਖੁਰਾਕਾਂ ਲਈ ਤਿਆਰ ਹੈ। ਸਿਹਤ ਏਜੰਸੀਆਂ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਦੋਵੇਂ ਟੀਕੇ ਲੱਗਦੇ ਹਨ ਉਹ ਵਾਇਰਸ ਦੇ ਵੇਰੀਐਂਟ ਤੋਂ ਸੁਰੱਖਿਅਤ ਨੇ, ਜਿਸ ਵਿੱਚ ਡੈਲਟਾ ਵੇਰੀਐਂਟ ਵੀ ਸ਼ਾਮਲ ਹੈ। CDC ਅਨੁਸਾਰ ਜਿਨ੍ਹਾਂ ਲੋਕਾਂ ਨੂੰ ਟੀਕਾ ਨਹੀਂ ਲੱਗਿਆ ਉਹ ਜੋਖਮ ਵਿੱਚ ਰਹਿੰਦੇ ਨੇ। ਟੀਕਾ ਕੰਪਨੀ ਫਾਈਜ਼ਰ ਦਾ ਕਹਿਣਾ ਹੈ ਕਿ ਕੋਵਿਡ ਬੂਸਟਰ ਸ਼ਾਟ ਬਿਹਤਰ ਸੁਰੱਖਿਆ ਦੀ ਪੇਸ਼ਕਸ਼ ਕਰ ਸਕਦਾ ਹੈ। ਇਸ ਲਈ ਫਾਈਜ਼ਰ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਆਪਣੇ ਟੀਕੇ ਦੀ ਤੀਜੀ ਖੁਰਾਕ ਲਈ ਸਰਕਾਰ ਕੋਲੋਂ ਵਰਤੋਂ ਦੇ ਅਧਿਕਾਰ ਦੀ ਮੰਗ ਕਰੇਗੀ। ਕੰਪਨੀ ਅਨੁਸਾਰ ਟੀਕੇ ਦੀ ਤੀਜੀ ਖੁਰਾਕ ਇੱਕ ਬੂਸਟਰ ਵਜੋਂ ਇਮਿਊਨਿਟੀ ਨੂੰ ਵਧਾ ਸਕਦੀ ਹੈ। ਕੈਨੇਡਾ ਅਤੇ ਅਮਰੀਕਾ 'ਚ ਸਰਹੱਦ ਤੇ 2 ਟਰੱਕਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਪੰਜਾਬੀ ਡਰਾਈਵਰਾਂ ਦਾ ਗ੍ਰਿਫਤਾਰ ਹੋਣਾ ਜਾਰੀ ਹੈ। ਅਜਿਹੇ 'ਚ ਬਹੁਤ ਸਾਰੇ ਪੰਜਾਬੀ ਡਰਾਈਵਰ ਸਰਹੱਦ ਉੱਪਰ ਸਖਤ ਜਾਂਚ ਪੜਤਾਲ, ਲੰਬੀ ਇੰਤਜ਼ਾਰ ਅਤੇ ਇੱਥੋਂ ਤੱਕ ਕਿ ਜਾਂਚ ਦੌਰਾਨ ਅਧਿਕਾਰੀਆਂ ਵੱਲੋਂ ਉਹਨਾਂ ਦੇ ਰੋਟੀ ਵਾਲੇ ਡੱਬੇ ਕੁੱਤਿਆਂ ਨੂੰ ਸੰਘਾਉਣ ਦੀਆਂ ਸ਼ਿਕਾਇਤਾਂ ਕਰਦੇ ਨੇ। ਪਰ ਤਲਖ ਸੱਚ ਇਹ ਵੀ ਹੈ ਕਿ ਸਰਹੱਦ ਉੱਪਰ ਅਤੇ ਦੋਵਾਂ ਦੇਸ਼ਾਂ 'ਚ ਪੰਜਾਬੀਆਂ ਦੀਆਂ ਗ੍ਰਿਫਤਾਰੀਆਂ ਲਗਾਤਾਰ ਹੁੰਦੀਆਂ ਜਾ ਰਹੀਆਂ ਨੇ। ਤਾਜ਼ਾ ਖਬਰਾਂ ਅਨੁਸਾਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਧਿਕਾਰੀਆਂ ਨੇ ਬੀਤੇ ਦਿਨ ontario 'ਚ ਫੋਰਟ ਏਰੀ ਸਰਹੱਦੀ ਲਾਂਘੇ ਤੋਂ ਅਮਰੀਕਾ ਤੋਂ ਕੈਨੇਡਾ 'ਚ ਦਾਖਲ ਹੋਣ ਸਮੇਂ ਪ੍ਰਦੀਪ ਸਿੰਘ ਦੇ ਟਰੱਕ 'ਚੋਂ 5 ਬੈਗਾਂ 'ਚ ਲੁਕੋਈ ਕੋਕੀਨ ਬਰਾਮਦ ਕਰਨ ਦਾ ਦਾਅਵਾ ਕੀਤਾ, ਜਿਸ ਦੀ ਕੀਮਤ 1 ਅਰਬ ਤੋਂ ਵੱਧ ਭਾਰਤ ਰਾਸ਼ੀ ਦੱਸੀ ਗਈ ਹੈ। ਪ੍ਰਦੀਪ ਕਿਊਬਕ ਮੌਂਟਰੀਅਲ ਨੇੜੇ ਲਸਾਲ ਦੀ ਵਾਸੀ ਦੱਸਿਆ ਗਿਆ ਹੈ। ਉਸ ਨੂੰ ਬੀਤੇ ਕੱਲ ਸੇਂਟ ਕੈਥਰੀਨ ਵਿਖੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਕੈਨੇਡਾ ਦੇ ਕਸਟਮਜ਼ ਅਤੇ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਕਾਰਨ ਸਰਹੱਦ ਤੋਂ ਆਮ ਆਵਾਜਾਈ ਭਾਵੇਂ ਬੰਦ ਹੈ, ਪਰ ਵਪਾਰਕ ਵਸਤਾਂ ਦੀ ਢੋਆ-ਢੁਆਈ ਜਾਰੀ ਹੈ ਅਤੇ ਇਸ ਸਮੇਂ ਦੌਰਾਨ ਟਰੱਕਾਂ 'ਚ ਨਸ਼ਿਆਂ ਦੀ ਤਸਕਰੀ ਵਿੱਚ 1000 ਗੁਣਾ ਤੋਂ ਵੱਧ ਦਾ ਵਾਧਾ ਦਰਜ ਹੋ ਚੁੱਕਾ ਹੈ। ਇਸੇ ਦੌਰਾਨ ਅਮਰੀਕਾ 'ਚ ਕੈਲੀਫੋਰਨੀਆ ਤੋਂ ਸਤਨਾਮ ਸਿੰਘ ਤੇ ਉਸ ਦਾ ਇੱਕ ਹੋਰ ਸਾਥੀ ਗ੍ਰਿਫਤਾਰ ਕੀਤੇ ਜਾਣ ਦੀ ਵੀ ਖਬਰ ਹੈ, ਜਿਨ੍ਹਾਂ ਤੋਂ ਇੱਕ ਸੂਟਕੇਸ ਵਿੱਚ 33 ਕਿਲੋ ਤੋਂ ਵੱਧ ਕੋਕੀਨ ਮਿਲੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਭਾਰਤ ਲਈ ਦੇਸ਼ ਦਾ ਰਾਜਦੂਤ ਨਾਮਜ਼ਦ ਕੀਤੇ ਜਾਣ ਤੇ ਲਾਸ ਏਂਜਲਸ ਦੇ ਮੇਅਰ ਐਰਿਕ ਗੈਰੈਸਟੀ ਨੇ ਕਿਹਾ ਕਿ ਉਹ ਨਾਮਜ਼ਦਗੀ ਸਵੀਕਾਰ ਕਰਕੇ ਸਨਮਾਨਿਤ ਮਹਿਸੂਸ ਕਰ ਰਹੇ ਹਨ ਅਤੇ ਜਿਸ ਤਰ੍ਹਾਂ ਉਹਨਾਂ ਨੇ ਸ਼ਹਿਰ ਦੀ ਸੇਵਾ ਕੀਤੀ ਹੈ ਉਹ ਉਸੇ ਜੋਸ਼, ਵਚਨਬੱਧਤਾ ਅਤੇ ਪਿਆਰ ਨਾਲ ਆਪਣੀ ਨਵੀਂ ਭੂਮਿਕਾ ਵੀ ਨਿਭਾਉਣਗੇ। ਸੈਨੇਟ ਤੋਂ ਉਹਨਾਂ ਦੇ ਨਾਮ ਦੀ ਪੁਸ਼ਟੀ ਹੋਣ ਤੇ ਗੈਰੈਸਟੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿੱਚ ਭਾਰਤ ਲਈ ਅਮਰੀਕਾ ਦੇ ਰਾਜਦੂਤ ਰਹੇ ਕੈਨੇਡ ਜਸਟਰ ਦਾ ਸਥਾਨ ਲੈਣਗੇ। ਇਸ ਹਫ਼ਤੇ ਦੇ ਸ਼ੁਰੂ ਵਿੱਚ ਜਸਟਰ ਨੂੰ ਵਿਦੇਸ਼ ਮਾਮਲਿਆਂ ਬਾਰੇ ਪਰਿਸ਼ਦ ਵਿੱਚ ਪ੍ਰਸਿੱਧ ਮੈਂਬਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ। ਬਾਈਡਨ ਪ੍ਰਸ਼ਾਸਨ ਵੱਲੋਂ ਨਾਮਜ਼ਦ ਕੀਤੇ ਜਾਣ ਦੀ ਘੋਸ਼ਣਾ ਦੇ ਬਾਅਦ ਗੈਰੈਸਟੀ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ਅੱਜ ਰਾਸ਼ਟਰਪਤੀ ਨੇ ਭਾਰਤ ਲਈ ਅਮਰੀਕਾ ਦੇ ਰਾਜਦੂਤ ਦੇ ਤੌਰ ਤੇ ਸੇਵਾ ਲਈ ਮੇਰੇ ਨਾਮ ਦੀ ਘੋਸ਼ਣਾ ਕੀਤੀ। ਨਵੀਂ ਭੂਮਿਕਾ ਵਿੱਚ ਸੇਵਾ ਲਈ ਉਹਨਾਂ ਵੱਲੋਂ ਨਾਮਜ਼ਦਗੀ ਦੇ ਪ੍ਰਸਤਾਵ ਨੂੰ ਸਵੀਕਾਰ ਕਰਕੇ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਕੋਵਿਡ-19 ਦੇ ਡੈਲਟਾ ਵੇਰੀਐਂਟ ਦੇ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ ਲੈਵੈਂਡਾ ਵੇਰੀਐਂਟ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੇਰੂ ਵਿੱਚ ਲੈਵੈਂਡਾ ਵੇਰੀਐਂਟ ਬਹੁਤ ਕਹਿਰ ਢਾ ਰਿਹਾ ਹੈ, ਪਰ ਭਾਰਤ ਵਿੱਚ ਅਜੇ ਤੱਕ ਇਸ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ। ਕੋਰੋਨਾ ਦੇ ਇਸ ਵੇਰੀਐਂਟ ਦੀ ਪਛਾਣ ਪਹਿਲੀ ਵਾਰ ਦਸੰਬਰ 2020 ਵਿੱਚ ਪੈਰੂ ਵਿੱਚ ਕੀਤੀ ਗਈ ਸੀ। ਦੱਖਣੀ ਅਮਰੀਕੀ ਦੇਸ਼ਾਂ ਵਿੱਚ ਲੈਵੈਂਡਾ ਵੇਰੀਐਂਟ ਦੇ 81% ਨਮੂਨੇ ਪਾਏ ਗਏ ਹਨ। ਕੁਝ ਸਮਾਂ ਪਹਿਲਾਂ ਤੱਕ ਇਹ ਸਿਰਫ ਇਕਵਾਡੋਰ ਅਤੇ ਅਰਜਨਟੀਨਾ ਸਮੇਤ ਕੁਝ 94 ਦੱਖਣੀ ਅਮਰੀਕੀ ਦੇਸ਼ਾਂ ਵਿੱਚ ਕੇਂਦਰਿਤ ਸੀ, ਪਰ ਅਪ੍ਰੈਲ ਤੋਂ ਬਾਅਦ ਇਸ ਦੇ ਮਾਮਲੇ 25 ਤੋਂ ਜ਼ਿਆਦਾ ਦੇਸ਼ਾਂ ਵਿੱਚ ਪਾਏ ਗਏ। ਮਹਾਮਾਰੀ ਦੀ ਦੂਜੀ ਲਹਿਰ ਤੋਂ ਉੱਪਰ ਰਹੇ ਭਾਰਤ ਨੂੰ ਇਸ ਤੋਂ ਸਰਗਰਮ ਤੌਰ ਤੇ ਚੌਕਸ ਰਹਿਣ ਦੀ ਲੋੜ ਹੈ ਤਾਂ ਜੋ ਕਿਸੇ ਵੀ ਨਵੇਂ ਐਡੀਸ਼ਨ ਵੇਰੀਐਂਟ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਉਂਝ ਭਾਰਤ ਹੀ ਅਜਿਹਾ ਦੇਸ਼ ਹੈ ਜਿੱਥੇ ਕੋਰੋਨਾ ਦੀ ਤੀਸਰੀ ਲਹਿਰ ਦੀਆਂ ਜ਼ਿਆਦਾ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਨੇ। ਇਸ ਵੇਰੀਐਂਟ ਨੂੰ ਲੈ ਕੇ ਭਾਰਤੀ ਯੂਨੀਵਰਸਿਟੀਆਂ, ਮੈਡੀਕਲ ਕਾਲਜਾਂ ਅਤੇ ਡੈਵ ਟੈਕਨੋਲੋਜੀ ਕੰਪਨੀਆਂ ਵਿੱਚ ਵਿਆਪਕ ਖੋਜ ਆਯੋਜਿਤ ਕੀਤੇ ਜਾਣ ਅਤੇ ਉਹਨਾਂ ਨੂੰ ਵਿੱਤ ਪੋਸ਼ਿਤ, ਉਤਸ਼ਾਹਿਤ ਅਤੇ ਸਨਮਾਨਿਤ ਕੀਤੇ ਜਾਣ ਦੀ ਲੋੜ ਹੈ। ਆਪਣੀ ਨਿੱਜੀ ਕਮਾਈ ਚੋਂ ਕਰੋੜਾਂ ਰੁਪਏ ਲੋੜਵੰਦਾਂ ਦੀ ਮਦਦ ਲਈ ਖਰਚ ਕਰਨ ਵਾਲੇ ਪੂਰੀ ਦੁਨੀਆ ਅੰਦਰ ਰੱਬੀ ਫਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ SP ਸਿੰਘ ਉਬਰਾਏ ਵੱਲੋਂ ਦੁਬਈ ਅੰਦਰ ਲੇਬਰ ਕੈਂਪਾਂ 'ਚ ਰਹਿਣ ਵਾਲੇ ਕਾਮਿਆਂ ਨੂੰ ਕੋਰੋਨਾ ਵਾਇਰਸ ਸੰਬੰਧੀ ਜਾਗਰੂਕ ਕਰਨ ਅਤੇ ਲੋੜੀਂਦਾ ਸਮਾਨ ਵੰਡਣ ਦੀ ਜ਼ਿੰਮੇਵਾਰੀ ਨਿਭਾਉਣ ਤੇ ਉਹਨਾਂ ਨੂੰ ਦੁਬਈ ਪੁਲਿਸ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰਸਟ ਦੇ ਬੁਲਾਰੇ ਨੇ ਦੱਸਿਆ ਕਿ ਦੁਬਈ ਦੇ ਪੁਲਿਸ ਹੈੱਡਕੁਆਰਟਰ 'ਚ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਪੁਲਿਸ ਮੁਖੀ ਬ੍ਰਿਗੇਡੀਅਰ ਜਨਰਲ ਖਾਲਦ ਅਤੇ ਅਲੀ ਫਹਾਦ ਸੁਹੇਲ, ਲੈਫਟੀਨੈਂਟ ਕਰਨਲ ਸ੍ਰੀ ਖਾਲਦ ਅਤੇ ਉਹਨਾਂ ਦੇ ਸਟਾਫ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ
ਟਰਸਟ ਦੇ ਬਾਨੀ ਡਾਕਟਰ ਐਸਪੀ ਸਿੰਘ ਉਬਰਾਏ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਪਰੋਕਤ ਅਧਿਕਾਰੀਆਂ ਨੇ ਕਿਹਾ ਕਿ ਦੁਬਈ ਅੰਦਰ ਕੋਰੋਨਾ ਮਹਾਮਾਰੀ ਦੌਰਾਨ ਪੈਦਾ ਹੋਏ ਹਾਲਾਤ ਦੌਰਾਨ ਡਾਕਟਰ ਐਸਪੀ ਸਿੰਘ ਉਬਰਾਏ ਵੱਲੋਂ ਲੇਬਰ ਕੈਂਪਾਂ ਅੰਦਰ ਜਾ ਕੇ ਕਾਮਿਆਂ ਨੂੰ ਜਾਗਰੂਕ ਕਰਨ ਅਤੇ ਉਹਨਾਂ ਨੂੰ ਲੋੜੀਂਦੇ ਮਾਸਕ, ਸੈਨੀਟਾਈਜ਼ਰ ਤੇ ਦਸਤਾਨੇ ਅਤੇ ਹੋਰ ਲੋੜੀਂਦਾ ਮਿਆਰੀ ਸਮਾਨ ਆਦਿ ਵੰਡਣ ਲਈ ਨਿਭਾਈ ਭੂਮਿਕਾ ਸ਼ਲਾਘਾਯੋਗ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਦੇ ਔਖੇ ਸਮੇਂ 'ਚ ਭਾਰਤੀਆਂ ਨੂੰ ਵਿਸ਼ੇਸ਼ ਇਸਲਾਮ ਜਹਾਜ਼ਾਂ ਰਾਹੀਂ ਦੁਬਈ ਤੋਂ ਉਹਨਾਂ ਦੇ ਘਰਾਂ ਨੂੰ ਭੇਜਣ ਤੋਂ ਇਲਾਵਾ ਵੱਖ-ਵੱਖ ਸਮੇਂ ਦੁਬਈ ਦੀਆਂ ਜੇਲ੍ਹਾਂ 'ਚ ਫਸੇ ਲੋਕਾਂ ਦੀ ਵੱਡੀ ਮਦਦ ਕਰਨ ਅਤੇ ਅਰਬ ਦੇਸ਼ਾਂ ਅੰਦਰ ਆਪਣੀ ਜਾਨ ਗਵਾਉਣ ਵਾਲੇ ਸੈਂਕੜੇ ਬਦਨਸੀਬ ਭਾਰਤੀ ਨੌਜਵਾਨਾਂ ਦੇ ਮ੍ਰਿਤਕ ਸਰੀਰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਉਣ ਦੀ ਵੱਡੀ ਸੇਵਾ ਨਿਭਾ ਰਹੇ ਡਾਕਟਰ ਐਸਪੀ ਸਿੰਘ ਉਬਰਾਏ ਤੇ ਜਿੱਥੇ ਭਾਰਤ ਵਾਸੀ ਫਖਰ ਮਹਿਸੂਸ ਕਰਦੇ ਨੇ, ਉੱਥੇ ਹੀ ਦੁਬਈ ਵਾਸੀਆਂ ਨੂੰ ਵੀ ਇਹਨਾਂ ਤੇ ਵੱਡਾ ਮਾਣ ਹੈ। ਇਸ ਦੌਰਾਨ ਹੋਰਨਾਂ ਉੱਚ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਸ੍ਰੀ ਰਫੀਕ ਵੀ ਉਚੇਚੇ ਤੌਰ ਤੇ ਮੌਜੂਦ ਸਨ। ਨਿਊਯਾਰਕ ਸਿਟੀ ਇਨੀ ਦਿਨੀ ਕੁਦਰਤ ਦੀਆਂ ਆਫਤਾਂ ਤੋਂ ਜੂਝ ਰਹੀ ਹੈ। ਪਹਿਲਾਂ ਹੜ੍ਹ ਦੀ ਚਪੇਟ ਵਿੱਚ ਆਏ ਇਸ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਤੂਫਾਨ ਐਲਸਾ ਦੇ ਕਹਿਰ ਨਾਲ ਜੂਝਣਾ ਪਿਆ। ਜ਼ਬਰਦਸਤ ਮੀਂਹ ਅਤੇ ਤੇਜ਼ ਹਵਾਵਾਂ ਦੇ ਨਾਲ ਆਏ ਤੂਫਾਨ ਨੇ ਇੱਥੇ ਭਾਰੀ ਤਬਾਹੀ ਮਚਾਈ। ਇਸ ਦੇ ਚੱਲਦੇ ਇੱਥੇ ਕਾਫੀ ਨੁਕਸਾਨ ਹੋਇਆ। ਹਵਾਵਾਂ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਕਈ ਦਰਖਤ ਡਿੱਗ ਗਏ। ਸਿਰਫ ਇੰਨਾ ਹੀ ਨਹੀਂ, ਇਸ ਦੇ ਚੱਲਦੇ ਇੱਥੇ ਦੀ ਰੇਲ ਸੇਵਾ ਵੀ ਠੱਪ ਹੋ ਗਈ। ਨੈਸ਼ਨਲ ਹਰੀਕੇਨ ਸੈਂਟਰਾਂ ਨੇ ਸਵੇਰੇ 11 ਵਜੇ ਜਾਰੀ ਤਾਜ਼ਾ ਜਾਣਕਾਰੀ ਵਿੱਚ ਦੱਸਿਆ ਕਿ ਹਵਾਵਾਂ ਦੀ ਰਫ਼ਤਾਰ 50 ਮੀਲ ਪ੍ਰਤੀ ਘੰਟਾ ਜਾ ਪਹੁੰਚੀ। ਵੀਰਵਾਰ ਨੂੰ ਹੜ੍ਹ ਨਾਲ ਜੂਝ ਰਹੇ ਸ਼ਹਿਰ ਵਿੱਚ ਤੂਫਾਨ ਨੇ ਹੋਰ ਸੰਕਟ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਸ਼ਹਿਰ ਵਿੱਚ ਕੁਝ ਇਲਾਕਿਆਂ ਵਿੱਚ ਸ਼ੁੱਕਰਵਾਰ ਨੂੰ 6 ਇੰਚ ਤੱਕ ਮੀਂਹ ਹੋਣ ਦਾ ਅਨੁਮਾਨ ਹੈ, ਜਿਸ ਦੇ ਨਾਲ ਕਈ ਸੜਕਾਂ ਡੁੱਬ ਗਈਆਂ। ਬੁੱਧਵਾਰ ਨੂੰ ਤੂਫਾਨ ਨਾਲ ਫਲੋਰੀਡਾ ਵਿੱਚ ਇੱਕ ਵਿਅਕਤੀ ਦੀ ਜਾਨ ਜਾ ਚੁੱਕੀ ਹੈ। ਐਲਸਾ ਤੂਫਾਨ ਨੇ ਇਸ ਤੋਂ ਪਹਿਲਾਂ ਜਾਰਜੀਆ ਵਿੱਚ ਵੀ ਤਬਾਹੀ ਮਚਾਈ। ਫੈਡਰਲ ਐਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਨੇ ਦੇਸ਼ ਵਿੱਚ ਅਸਮਾਨ ਛੂ ਰਹੀਆਂ ਮਕਾਨਾਂ ਦੀਆਂ ਕੀਮਤਾਂ ਉੱਪਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਐਨਡੀਪੀ ਦੀ ਸਰਕਾਰ ਬਣਨ ਤੇ ਮਕਾਨ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਨੱਥ ਪਾਈ ਜਾਵੇਗੀ ਅਤੇ 5 ਲੱਖ ਸਸਤੇ ਮਕਾਨ ਬਣਾ ਕੇ ਦਿੱਤੇ ਜਾਣਗੇ। ਵੈਨਕੂਵਰ ਆਈਲੈਂਡ ਵਿੱਚ ਪੈਂਦੇ ਡੰਕਨ ਇਲਾਕੇ ਵਿੱਚ ਸੰਬੋਧਨ ਕਰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਮਕਾਨਾਂ ਦੀਆਂ ਕੀਮਤਾਂ ਬੜੀ ਤੇਜ਼ੀ ਨਾਲ ਵੱਧ ਰਹੀਆਂ ਨੇ ਅਤੇ ਉਹਨਾਂ ਦੀ ਪਾਰਟੀ ਪਹਿਲ ਦੇ ਆਧਾਰ ਤੇ ਮਕਾਨਾਂ ਦੀਆਂ ਵਧੀਆਂ ਕੀਮਤਾਂ ਤੇ ਰੋਕ ਲਾਉਣ ਲਈ ਕਦਮ ਉਠਾਏਗੀ। ਉਹਨਾਂ ਇਹ ਵੀ ਕਿਹਾ ਕਿ 5 ਲੱਖ ਸਸਤੇ ਮਕਾਨ ਬਣਾਉਣ ਤੋਂ ਇਲਾਵਾ ਬਾਹਰੋਂ ਆ ਕੇ ਕੈਨੇਡਾ ਵਿੱਚ ਮਕਾਨ ਖਰੀਦਣ ਵਾਲਿਆਂ ਉੱਪਰ 20% ਟੈਕਸ ਲਾਇਆ ਜਾਵੇਗਾ ਅਤੇ ਉਹਨਾਂ ਕੈਨੇਡੀਅਨਾਂ ਨੂੰ ਉਹਨਾਂ ਦੇ ਸੁਪਨਿਆਂ ਦੇ ਘਰ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਲਿਬਰਲ ਪਾਰਟੀ ਦੀ ਆਲੋਚਨਾ ਕਰਦਿਆਂ ਉਹਨਾਂ ਨੇ ਕਿਹਾ ਕਿ ਜਸਟਿਨ ਟਰੂਡੋ ਵੱਲੋਂ ਦੇਸ਼ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਹੋਰਨਾਂ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਕੈਨੇਡਾ ਵਿੱਚ ਮਕਾਨਾਂ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ, ਜਿਸ ਕਾਰਨ ਦੇਸ਼ ਦੇ ਆਮ ਨਾਗਰਿਕਾਂ ਲਈ ਮਕਾਨ ਖਰੀਦਣਾ ਵੱਡੀ ਚਿੰਤਾ ਦਾ ਕਾਰਨ ਬਣ ਗਿਆ। ਜਗਮੀਤ ਸਿੰਘ ਨੇ ਕਿਹਾ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਕੈਨੇਡਾ ਨੇ ਨਵੇਂ ਮਕਾਨ ਬਣਾਉਣ ਲਈ ਵੱਡੀ ਪੱਧਰ ਤੇ ਨਿਵੇਸ਼ ਕੀਤਾ ਸੀ, ਪਰ 1990 ਦੇ ਦਹਾਕੇ ਮਗਰੋਂ ਫੈਡਰਲ ਸਰਕਾਰ ਨੇ ਇਸ ਪਾਸੇ ਕੋਈ ਰੁਚੀ ਨਹੀਂ ਦਿਖਾਈ। ਅਮਰੀਕਾ ਦੀ ਜੇਲ੍ਹ ਵਿੱਚ ਬੰਦ ਨੌਜਵਾਨ ਨੂੰ ਜ਼ਮਾਨਤ ਤੇ ਬਾਹਰ ਕੱਢਣ ਦੇ ਨਾਂ ਤੇ ਪਿਤਾ ਕੋਲੋਂ 8,70,000 ਰੁਪਏ ਲੈਣ ਤੋਂ ਬਾਅਦ ਵੀ ਮੁਲਜ਼ਮ ਨੂੰ ਬਾਹਰ ਨਹੀਂ ਕੱਢਿਆ। ਥਾਣਾ ਘੁੱਗਾ ਪੁਲਿਸ ਨੇ 4 ਮੁਲਜ਼ਮਾਂ ਵਿੱਚ ਇੱਕ ਅਮਰੀਕਾ ਦਾ ਹੈ। ਮਿੱਠੂ ਰਾਮ ਨਿਵਾਸੀ ਕੁਲਵਾਣੂ ਨੇ ਪੁਲਿਸ ਨੂੰ ਦੱਸਿਆ ਕਿ 2018 ਵਿੱਚ ਉਸਦਾ ਬੇਟਾ ਅਮਰੀਕਾ ਗਿਆ ਸੀ। ਬਾਰਡਰ ਤੇ ਫੜੇ ਜਾਣ ਤੋਂ ਬਾਅਦ ਉਸਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਉੱਥੇ ਉਸਨੇ 1 ਸਾਲ 7 ਦਿਨ ਜੇਲ੍ਹ ਵਿੱਚ ਬਿਤਾਏ। ਉਸਨੇ ਬੇਟੇ ਨੂੰ ਬਾਹਰ ਕੱਢਣ ਲਈ ਮੁਲਾਜ਼ਮ ਵਿਕਰਮਜੀਤ ਸਿੰਘ ਨਿਵਾਸੀ ਡਰੋਲੀ ਨਾਲ ਸੰਪਰਕ ਕੀਤਾ। ਮੁਲਾਜ਼ਮ ਨੇ ਸਾਥੀ ਅਮਰੀਕ ਸਿੰਘ ਨਿਵਾਸੀ ਕੈਥਲ, ਵਿਕਰਮਜੀਤ ਸਿੰਘ ਨਿਵਾਸੀ ਕੁਰੂਕਸ਼ੇਤਰ, ਅਮਰੀਕਾ ਨਿਵਾਸੀ ਕਪਿਲ ਦੇਵ ਸ਼ਰਮਾ ਨਾਲ ਸੰਪਰਕ ਕੀਤਾ। ਥੋੜੇ ਕਰਕੇ 8,70,000 ਰੁਪਏ ਲੈ ਲਏ। ਮੁਲਾਜ਼ਮਾਂ ਨੇ ਰੁਪਏ ਲੈਣ ਤੋਂ ਬਾਅਦ ਵੀ ਜ਼ਮਾਨਤ ਤੇ ਬਾਹਰ ਨਹੀਂ ਕਰਵਾਇਆ। ਇਸ ਕਾਰਨ ਬੇਟੇ ਨੂੰ 1 ਸਾਲ ਤੋਂ ਜ਼ਿਆਦਾ ਜੇਲ੍ਹ ਵਿੱਚ ਬਿਤਾਉਣਾ ਪਿਆ। ਅਮਰੀਕੀ ਸਰਕਾਰ ਨੇ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ। ਪੀੜਤ ਦੇ ਬੇਟੇ ਨੇ ਦੱਸਿਆ ਕਿ ਉਹ 12ਵੀਂ ਪਾਸ ਹੈ। 2018 ਵਿੱਚ ਏਜੰਟ ਦੇ ਜ਼ਰੀਏ 22 ਲੱਖ ਰੁਪਏ ਵਿੱਚ ਅਮਰੀਕਾ ਜਾਣ ਦੀ ਗੱਲ ਕਹਿ ਕੇ ਉਸ ਨੂੰ ਮੈਕਸੀਕੋ ਯਾਨੀ ਅਮਰੀਕਾ ਦੇ ਬਾਰਡਰ ਤੇ ਐਂਟਰੀ ਕਰਵਾ ਦਿੱਤੀ ਗਈ। ਉੱਥੇ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੁਲਾਜ਼ਮਾਂ ਦੇ ਦੂਜੇ ਸਾਥੀਆਂ ਅਤੇ ਵਕੀਲਾਂ ਨਾਲ ਗੱਲ ਕਰਕੇ ਜ਼ਮਾਨਤ ਕਰਵਾਉਣ ਦੀ ਗੱਲ ਕਹੀ, ਪਰ ਮੁਲਾਜ਼ਮਾਂ ਨੇ ਅਜਿਹਾ ਨਹੀਂ ਕੀਤਾ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ 100 ਸਾਲਾਂ ਤੋਂ ਜ਼ਿਆਦਾ ਪੁਰਾਣੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਦੁਬਾਰਾ ਖੋਲ੍ਹੇ ਜਾਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗੁਰੂ ਘਰ ਨੂੰ 2 ਦਹਾਕੇ ਪਹਿਲਾਂ ਇੱਕ ਲਾਇਬ੍ਰੇਰੀ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿਸ ਦਾ ਸਿੱਖ ਭਾਈਚਾਰੇ ਨੇ ਪੂਰਾ ਵਿਰੋਧ ਕੀਤਾ। ਫਿਲਹਾਲ ਇਹ ਗੁਰਦੁਆਰਾ ਖੈਬਰ ਪਖਤੂਨਖਵਾ ਸੂਬਾ ਸਰਕਾਰ ਦੇ ਕੰਟਰੋਲ ਵਿੱਚ ਹੈ। ਇਵੈਕਿਊਈ ਟਰਸਟ ਪ੍ਰਾਪਰਟੀ ਬੋਰਡ ਦੇ ਪ੍ਰਧਾਨ ਆਮਿਰ ਅਹਿਮਦ ਨੇ ਕਿਹਾ, ਪੂਰੀ ਤਰ੍ਹਾਂ ਵਿਚਾਰ ਵਟਾਂਦਰੇ ਤੋਂ ਬਾਅਦ ਸਰਕਾਰ ਨੇ ਆਖਰਕਾਰ ਬੋਰਡ ਦਾ ਰੁਖ ਸਵੀਕਾਰ ਕਰ ਲਿਆ ਅਤੇ ਮਨਸੇਰਾ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਦਾ ਕਬਜ਼ਾ ETPB ਨੂੰ ਦੇਣ 'ਚ ਸਹਿਮਤੀ ਜਤਾ ਦਿੱਤੀ।
ETP ਵੀ ਇੱਕ ਵਿਚਾਰਧਾਰਕ ਬੋਰਡ ਹੈ ਜੋ ਹਿੰਦੂਆਂ ਅਤੇ ਸਿੱਖਾਂ ਦੀਆਂ ਧਾਰਮਿਕ ਜਾਇਦਾਦਾਂ ਅਤੇ ਤੀਰਥ ਸਥਾਨਾਂ ਦਾ ਪ੍ਰਬੰਧ ਕਰਦਾ ਹੈ ਜੋ ਵੰਡ ਤੋਂ ਬਾਅਦ ਭਾਰਤ ਚਲੇ ਗਏ। ਅਹਿਮਦ ਨੇ ਕਿਹਾ, ਆਪਣੀ ਮੂਲ ਵਾਸਤੂਕਲਾ ਅਤੇ ਆਕਾਰ ਵਿੱਚ ਬਰਕਰਾਰ ਇਤਿਹਾਸਕ ਅਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਜ਼ਰੂਰੀ ਮੁਰੰਮਤ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਇਸ ਨੂੰ ਖੋਲ੍ਹ ਦਿੱਤਾ ਜਾਵੇਗਾ। ਪ੍ਰਧਾਨ ਨੇ ਕਿਹਾ, ETPB ਤੇ ਇਸ ਦਾ ਕੰਟਰੋਲ ਇੱਕ ਮੀਲ ਦਾ ਪੱਥਰ ਸਾਬਿਤ ਹੋਵੇਗਾ ਕਿਉਂਕਿ ਇਹ ਦੇਸ਼ ਦੇ ਉੱਤਰੀ ਖੇਤਰਾਂ ਵਿੱਚ ਪਹਿਲਾ ਗੁਰਦੁਆਰਾ ਹੋਵੇਗਾ ਜਿਸ ਦੇ ਨਤੀਜੇ ਵਜੋਂ ਧਾਰਮਿਕ ਸੈਰ ਸਪਾਟਾ ਨੂੰ ਹੁਲਾਰਾ ਮਿਲੇਗਾ। 20 ਸਾਲ ਪਹਿਲਾਂ ਸਥਾਨਕ ਸਿੱਖ ਭਾਈਚਾਰੇ ਦੇ ਵਿਰੋਧ ਦੇ ਬਾਵਜੂਦ ਸੂਬਾਈ ਸਰਕਾਰ ਨੇ ਇਸ ਗੁਰਦੁਆਰੇ ਨੂੰ ਮਿਊਨਿਸਪਲ ਲਾਇਬ੍ਰੇਰੀ ਬਿਲਡਿੰਗ 'ਚ ਤਬਦੀਲ ਕਰ ਦਿੱਤਾ ਸੀ। ਵੰਡ ਤੋਂ ਬਾਅਦ ਗੁਰਦੁਆਰਾ ਸਾਹਿਬ ਪੂਜਾ ਲਈ ਬੰਦ ਕਰ ਦਿੱਤਾ ਗਿਆ। ਹਜ਼ਰੋ ਦੇ ਸਿੱਖ ਸੰਤ ਸਰਦਾਰ ਗੋਪਾਲ ਸਿੰਘ ਸਾਥੀ ਨੇ 1905 ਵਿੱਚ ਇਸ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ। ਸਾਲ 1976 ਵਿੱਚ ਮਾਨਸੇਰਾ ਨੂੰ ਇੱਕ ਜ਼ਿਲ੍ਹੇ ਵਜੋਂ ਅਧਿਕਾਰਤ ਤੌਰ ਤੇ ਹੱਦਬੰਦੀ ਕਰਨ ਤੋਂ ਬਾਅਦ ਮੰਦਿਰ ਨੂੰ ਪੁਲਿਸ ਵਿਭਾਗ ਨੂੰ ਸੌਂਪ ਦਿੱਤਾ ਗਿਆ ਜਿਸ ਨੂੰ ਆਪਣੇ ਕੰਪਲੈਕਸ ਵਿੱਚ ਇੱਕ ਪੁਲਿਸ ਸਟੇਸ਼ਨ ਸਥਾਪਿਤ ਕੀਤਾ। 2000 ਵਿੱਚ ਗੁਰਦੁਆਰਾ ਸਾਹਿਬ ਵਿੱਚ ਇੱਕ ਪਬਲਿਕ ਲਾਇਬ੍ਰੇਰੀ ਦੀ ਵੀ ਸਥਾਪਨਾ ਕੀਤੀ ਗਈ। ਲੁਸੀਆਨਾ ਦੀ 14 ਸਾਲਾ ਜ਼ੈਲਾ ਐਵਾਂਡ ਗਾਰਡੇ ਅਮਰੀਕਾ ਦਾ ਵਕਾਰੀ ਸੈਂਪਲਿੰਗ ਬੀ ਮੁਕਾਬਲਾ 2021 ਜਿੱਤਣ ਵਾਲੀ ਪਹਿਲੀ ਅਫਰੀਕੀ ਅਮਰੀਕੀ ਬਣ ਗਈ। ਉਹ ਇਸ ਮੁਕਾਬਲੇ ਦੇ 93 ਸਾਲਾਂ ਦੇ ਇਤਿਹਾਸ ਵਿੱਚ ਦੂਜੀ ਗੈਰ ਗੋਰੀ ਜੇਤੂ ਹੈ। ਸਾਲਾਂ ਤੋਂ ਇਸ ਮੁਕਾਬਲੇ ਵਿੱਚ ਦਬਦਬਾ ਬਣਾਏ ਰੱਖਣ ਵਾਲੇ ਭਾਰਤੀ ਅਮਰੀਕੀਆਂ ਨੂੰ ਇਸ ਵਾਰ ਦੂਜੇ ਅਤੇ ਤੀਜੇ ਸਥਾਨ ਨਾਲ ਸਬਰ ਕਰਨਾ ਪਿਆ। ਸੈਨ ਫਰਾਂਸਿਸਕੋ ਦੀ 12 ਸਾਲਾ ਚੈਤਰਾ ਥੁਮਲਾ ਅਤੇ ਨਿਊਯਾਰਕ ਦੀ 13 ਸਾਲਾ ਭਾਵਨਾ ਮਦਨੀ ਇਸ ਸਖਤ ਮੁਕਾਬਲੇ ਵਿੱਚ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਅਮਰੀਕਾ ਦੀ ਪ੍ਰਥਮ ਮਹਿਲਾ ਜ਼ਿਲ ਵਾਈਡਨ ਵੀ ਇਸ ਮੁਕਾਬਲੇ ਵਿੱਚ ਮੌਜੂਦ ਰਹੀ। ਜੈਲਾ ਨੇ ਮੁਰਈਆ ਸ਼ਬਦ ਦੇ ਸਪੈਲਿੰਗ ਦੱਸਣ ਦੇ ਬਾਅਦ ਵੀਰਵਾਰ ਰਾਤ ਨੂੰ ਇਹ ਖਿਤਾਬ ਆਪਣੇ ਨਾਮ ਕੀਤਾ ਜਿਸ ਦਾ ਮਤਲਬ ਹੈ ਉਸ਼ਣ ਕਟਿਬੰਧੀ ਏਸ਼ੀਆਈ ਅਤੇ ਆਸਟ੍ਰੇਲੀਆ ਰੁੱਖਾਂ ਦੀ ਇੱਕ ਪ੍ਰਜਾਤੀ ਜਿਸ ਤੇ ਪੀਨੇਟ ਪੱਤੇ ਅਤੇ ਫੁੱਲ ਹੁੰਦੇ ਨੇ। ਜੈਲਾ ਨੇ $50,000 ਦੀ ਪੁਰਸਕਾਰ ਰਾਸ਼ੀ ਜਿੱਤੀ। ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਨੇ ਮੁਕਾਬਲੇ ਦੇ ਬਾਅਦ ਟਵੀਟ ਕੀਤਾ, ਇਹ ਸਾਡੇ ਲਈ ਖੁਸ਼ੀ ਦਾ ਮੌਕਾ ਹੈ। 2019 ਵਿੱਚ 370ਵੇਂ ਸਥਾਨ ਤੇ ਰਹਿਣ ਮਗਰੋਂ ਜੈਲਾ ਐਵਾਂਡ ਗਾਰਡੇ ਨੇ 2021 ਵਿੱਚ ਸਕ੍ਰਿਪਟ ਨੈਸ਼ਨਲ ਸੈਂਪਲਿੰਗ ਬੀ ਮੁਕਾਬਲਾ ਜਿੱਤ ਲਿਆ। ਸਾਰੇ ਭਾਗੀਦਾਰਾਂ ਨੂੰ ਵਧਾਈ। ਸ਼ਬਦ ਕੋਸ਼ ਦਾ ਸਾਹਮਣਾ ਕਰਨ ਵਿੱਚ ਸਾਰਿਆਂ ਦੀ ਤਿਆਰੀ ਅਤੇ ਹਿੰਮਤ ਤੇ ਸਾਨੂੰ ਮਾਣ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਿਛਲੇ ਸਾਲ 2020 ਵਿੱਚ ਇਹ ਮੁਕਾਬਲਾ ਨਹੀਂ ਕਰਵਾਇਆ ਜਾ ਸਕਿਆ। ਜੈਲਾ ਨੇ ਫਲੋਰੀਡਾ ਦੇ ਔਰਲੈਂਡ ਵਿੱਚ ENPN ਵਾਈਡ ਵਰਲਡ ਸਪੋਰਟਸ ਕੰਪਲੈਕਸ ਵਿੱਚ ਫਾਈਨਲ ਵਿੱਚ 11 ਭਾਗੀਦਾਰਾਂ ਨੂੰ ਪਿੱਛੇ ਛੱਡਦੇ ਹੋਏ ਇਹ ਖਿਤਾਬ ਜਿੱਤਿਆ। 8ਵੀਂ ਕਲਾਸ ਵਿੱਚ ਪੜ੍ਹਨ ਵਾਲੀ ਜੈਲਾ ਇਸ ਮੁਕਾਬਲੇ ਦੇ 93 ਸੈਸ਼ਨਾਂ ਵਿੱਚ ਲੁਸੀਆਨਾ ਦੀ ਪਹਿਲੀ ਵਸਨੀਕ ਅਤੇ ਅਫਰੀਕੀ ਮੂਲ ਦੀ ਪਹਿਲੀ ਅਮਰੀਕੀ ਜੇਤੂ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਹਫ਼ਤੇ ਦੇ ਅੰਤਲੇ ਦਿਨਾਂ ਅਤੇ ਰਾਤ ਦੇ ਕਰਫਿਊ ਨੂੰ ਹਟਾਉਣ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਸੋਮਵਾਰ ਤੋਂ ਅੰਦਰੂਨੀ ਇਕੱਠਾਂ ਵਿੱਚ 100 ਵਿਅਕਤੀਆਂ ਅਤੇ ਖੁੱਲ੍ਹੇ ਵਿੱਚ 200 ਵਿਅਕਤੀਆਂ ਦੇ ਇਕੱਠ ਕਰਨ ਦੀ ਵੀ ਆਗਿਆ ਦਿੱਤੀ। DGP ਨੂੰ ਕੋਵਿਡ ਨਿਯਮਾਂ ਦੀ ਉਲੰਘਣਾ ਕਰਕੇ ਰੈਲੀਆਂ ਤੇ ਰੋਸ ਮੀਟਿੰਗਾਂ ਕਰਨ ਵਾਲੀਆਂ ਸਾਰੀਆਂ ਰਾਜਸੀ ਪਾਰਟੀਆਂ ਦੇ ਚਲਾਨ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਭਾਵੇਂ ਕਿ ਆਸ ਪ੍ਰਗਟਾਈ ਕਿ ਰਾਜਸੀ ਪਾਰਟੀਆਂ ਅਤੇ ਆਗੂਆਂ ਵੱਲੋਂ ਚੰਗਾ ਵਰਤਾਰਾ ਦਿਖਾਇਆ ਜਾਵੇਗਾ, ਪਰ ਉਹਨਾਂ DGP ਦਿਨਕਰ ਗੁਪਤਾ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਜਾਰੀ ਕੀਤੇ ਜਾਣ। ਮੁੱਖ ਮੰਤਰੀ ਨੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਤੈਰਾਕੀ ਪੂਲ, ਜਿਮ, ਮਾਲ, ਪੇਡ ਕੰਪਲੈਕਸ, ਮਿਊਜ਼ੀਅਮ, ਚਿੜੀਆਘਰ ਆਦਿ ਖੋਲਣ ਦੇ ਵੀ ਹੁਕਮ ਦਿੱਤੇ, ਬਸ਼ਰਤੇ ਸਾਰੇ ਯੋਗ ਸਟਾਫ ਮੈਂਬਰ ਅਤੇ ਵਿਜ਼ਿਟਰਸ ਦੇ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਜ਼ਰੂਰ ਲੱਗੀ ਹੋਵੇ। ਸਕੂਲ ਭਾਵੇਂ ਨਿਰੰਤਰ ਬੰਦ ਰਹਿਣਗੇ, ਪਰ ਕਾਲਜਾਂ, ਕੋਚਿੰਗ ਸੈਂਟਰਾਂ ਤੇ ਹੋਰ ਉਚੇਰੀ ਸਿੱਖਿਆ ਵਾਲੀਆਂ ਸੰਸਥਾਵਾਂ ਨੂੰ ਸੰਬੰਧਿਤ ਡਿਪਟੀ ਕਮਿਸ਼ਨਰ ਵੱਲੋਂ ਖੋਲਣ ਦੀ ਆਗਿਆ ਹੋਵੇਗੀ, ਬਸ਼ਰਤੇ ਉਹਨਾਂ ਨੂੰ ਸਰਟੀਫਿਕੇਟ ਦੇਣਾ ਪਵੇਗਾ ਕਿ ਸਾਰੇ ਟੀਚਿੰਗ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਦੇ 2 ਹਫ਼ਤੇ ਪਹਿਲਾਂ ਟੀਕਾਕਰਨ ਦੀ ਘੱਟੋ-ਘੱਟ ਇੱਕ ਖੁਰਾਕ ਜ਼ਰੂਰ ਲੱਗੀ ਹੋਵੇ। ਕੋਵਿਡ ਦੀ ਸਥਿਤੀ ਵਿੱਚ ਵਰਚੁਅਲ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 20 ਜੁਲਾਈ ਨੂੰ ਕੋਵਿਡ ਦੇ ਹਾਲਾਤ ਦੀ ਦੁਬਾਰਾ ਸਮੀਖਿਆ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਬੰਦਿਸ਼ਾਂ ਵਿੱਚ ਛੋੜ ਦਿੰਦਿਆਂ ਹਰ ਹਾਲ ਵਿੱਚ ਮਾਸਕ ਦੀ ਵਰਤੋਂ ਸਖਤੀ ਨਾਲ ਕੀਤੀ ਜਾਵੇ। ਬੇਅਦਬੀ ਘਟਨਾਵਾਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਟੀਮ ਵੱਲੋਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ JMIC ਫਰੀਦਕੋਟ ਦੀ ਅਦਾਲਤ ਵਿੱਚ ਪਹਿਲਾ ਚਲਾਨ ਪੇਸ਼ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SIT ਮੁਖੀ ਅਤੇ IGP ਬਾਰਡਰ ਰੇਂਜ ਅੰਮ੍ਰਿਤਸਰ SPS ਪਰਮਾਰ ਨੇ ਦੱਸਿਆ ਕਿ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਖਿਲਾਰ ਕੇ ਬੇਅਦਬੀ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 6 ਮੁਲਜ਼ਮਾਂ ਖਿਲਾਫ ਚਲਾਨ ਪੇਸ਼ ਕੀਤਾ ਗਿਆ ਅਤੇ ਇਸ ਮਾਮਲੇ ਵਿੱਚ ਅਗਲੀ ਸੁਣਵਾਈ 20 ਜੁਲਾਈ ਤੈਅ ਕੀਤੀ ਗਈ। IGP ਨੇ ਦੱਸਿਆ ਕਿ SIT ਨੇ 16/5/2021 ਨੂੰ ਜਾਂਚ ਸ਼ੁਰੂ ਕਰਨ ਸੰਬੰਧੀ ਇਲਾਕਾ ਮੈਜਿਸਟ੍ਰੇਟ ਨੂੰ ਸੰਬੰਧਿਤ ਸੂਚਿਤ ਕਰਨ ਤੋਂ ਬਾਅਦ ਇਸ ਕੇਸ ਵਿੱਚ ਲੜਿੰਦੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਗੌਰਤਲਬ ਹੈ ਕਿ ਗੁਰਦੁਆਰਾ ਸਾਹਿਬ ਬਰਗਾੜੀ ਦੇ ਮੈਨੇਜਰ ਕੁਲਵਿੰਦਰ ਸਿੰਘ ਦੇ ਬਿਆਨ ਤੇ ਮੁਲਜ਼ਮਾਂ ਖਿਲਾਫ
ਆਈਪੀਸੀ ਦੀ ਧਾਰਾ 295, 295A, 153A, 201, 120B ਤਹਿਤ ਥਾਣਾ ਬਾਜ਼ਾਖਾਨਾ ਵਿਖੇ FIR ਨੰਬਰ 128 ਮਿਤੀ 12/10/2015 ਦਰਜ ਕੀਤੀ ਗਈ ਸੀ। ਦੱਸਣਯੋਗ ਹੈ ਕਿ ਹਾਈ ਕੋਰਟ ਵੱਲੋਂ ਪੰਜਾਬ ਪੁਲਿਸ ਨੂੰ ਇਹ ਕੇਸ ਸੌਂਪੇ ਜਾਣ ਤੋਂ ਬਾਅਦ IGP ਬਾਰਡਰ ਰੇਂਜ ਅੰਮ੍ਰਿਤਸਰ SPS ਪਰਮਾਰ ਦੀ ਅਗਵਾਈ ਹੇਠ ਇਸ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।